आम आदमी पार्टी दी सरकार दे विच उन्हां लीडरां दी उन्हां मंत्रियां साबका मंत्रियां दी शामत आई हुई है जिहड़े कि भ्रिष्टाचार दे विच लिप्त सन, चाहे वह आम आदमी पार्टी दी सरकार दा अपना मंत्री होवे जां फिर पुराणियां रवायती पार्टियां दे साबका मंत्री होण। अते जिस तरीके दे नाल भ्रिष्टाचार फैलाया गया उस नूं सुण के सचमुच अखां टड्डियां रह जांदियां ने। जंगलात महकमे दे विच किस तरीके दे नाल व्यापक पद्धर ते यानी कि वड्डे पद्धर ते भ्रिष्टाचार फैलिया होया सी, इस दे संकेत मिल रहे ने। साधू सिंह धर्मसोत की गिरफ्तारी तो बाद नेतावां ते अफसरशाही का गठजोड़ इस जांच दे विच विजिलेंस की जांच दे विच बेनकाब होया है। ਜਿਹੜੇ ਮੰਤਰੀ ਜਿਹਨੂੰ ਚੜਾਵਾ ਚੜਾਉਂਦੇ ਸੀ ਉਹਨਾਂ ਨੂੰ ਮਲਾਈਦਾਰ ਅਹੁਦੇ ਮਿਲਦੇ ਸੀ ਤੇ ਜਿਹੜੇ ਚੜਾਵਾ ਨਹੀਂ ਚੜਾਉਂਦੇ ਸੀ ਉਹ ਖੁੱਡੇ ਲਾਈਨ ਲਾ ਦਿੱਤੇ ਜਾਂਦੇ ਸੀ। ਜੰਗਲਾਤ ਵਿਭਾਗ ਦੇ ਅਫਸਰਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਰਿਸ਼ਵਤਖੋਰੀ ਦੇ ਸਾਰੇ ਭੇਤ ਖੁੱਲਣ ਲੱਗੇ ਨੇ। ਸੂਤਰਾਂ ਮੁਤਾਬਿਕ ਇਸ ਵਿਭਾਗ ਦੇ ਵਿੱਚ ਭ੍ਰਿਸ਼ਟਾਚਾਰ ਨੇ ਅਮਰਵੇਲ ਵਾਂਗੂ ਅਜਿਹਾ ਤਾਣਾ ਬਾਣਾ ਬੁਣ ਲਿਆ ਸੀ ਕਿ ਦਰਜਾ 4 ਕਰਮਚਾਰੀਆਂ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਨੇ ਹਿੱਸਾ ਪੱਤੀ ਤੈਅ ਕੀਤੀ ਹੋਈ ਸੀ। ਮੁੱਢਲੀ ਪੜਤਾਲ ਦੇ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਕਿ ਕੇਂਦਰ ਸਰਕਾਰ ਵੱਲੋਂ ਪੌਦੇ ਲਾਉਣ ਵਾਲੀ ਯੋਜਨਾ कैंपा के अधीन भारत सरकार तो आने वाले पैसे की सही वरतों करन दी थां इस ग्रांट दे विचों हिस्सा वंडण बारे ज़्यादा योजनावां बनाईयां सी। विभाग के अधिकारियों वालों नवे पौधे लाने के मामले ते ही खाना पूर्ति नहीं की जाती सी, सगों पौदियां की देख रेख ते भी जिहड़ा खर्चा मिलता सी उहदा मोटा हिस्सा भी कर्मचारियों तो लैके उपर तक ढकार लिया जाता सी। ते जंगलात महकमे दे विच ये मामला कोई अजकल दा नहीं बल्कि पिछले कई सालों तो चल रहा है। पड़ताल दौरान ये तत्थ भी सामने आए ने कि जंगलात विभाग विच वरतियां जांदियां ग्रांटां दी पैरवी लई आम तौर ते ऑडिटिंग घट ही हुंदी सी। अफसरां वालों मामूली इंस्पैक्शन करके डंग टपाई कर रही जाती सी। ते इन्हां खुलासियां दे विच ये भी पता लग्या है कि रल मिल के इस हद तक भ्रिष्टाचार हावी हो गया सी कि सिर्फ पैसे देण वाले अफसरां दीयां नियुक्तियां ही मलाईदार अहुदियां ते हुंदियां सी। पैसे ना दे सकण वाले अफसरां नूं नुकरे ला के रखिया जांदा सी। विजिलेंस ने डिविजनल जंगलात अफसरां नूं भी पुछ पड़ताल लई सद्दिया सी जिहड़े कि पेश ही नहीं होए। विजिलेंस ने जंगलात अफसरां नूं हुण मुड़ नोटिस भेजण दी तैयारी कर लई है। पंजाब 'च जिहड़े लोग रहिंदे ने उन्हां सारिਆਂ ਨੂੰ पता होना कि पिछले सालां दे दौरान जदों कैप्टन अमरिंदर सिंह दी सरकार हुंदी सी उस तों भी पहिलां जदों बादल दी सरकार हुंदी सी तां कौमी मार्गां दे यानी कि नैशनल हाईवेज़ दे चौड़ा होण करके वड्डे पੱਧਰ ते रुख वड्डे गए सी। सड़कां दे आले दुआले रुखां दी जिहड़ी एक छां बणी हुंदी सी, झालर बणिया हुंदा सी, रुखां दे घर बने हुंदे सी, ਉਹ ਸਾਰੇ ਹੁਣ ਸੜਕਾਂ ਤੇ ਨਹੀਂ ਦਿਖਦੇ। ਸੜਕਾਂ ਰੋਡੀਆਂ ਹੋ ਗਈਆਂ ਨੇ। ਅੰਬਾਲਾ ਤੋਂ ਅੰਮ੍ਰਿਤਸਰ, ਜਲੰਧਰ ਤੋਂ ਪਠਾਨਕੋਟ, ਚੰਡੀਗੜ੍ਹ ਤੋਂ ਬਠਿੰਡਾ, ਚੰਡੀਗੜ੍ਹ ਤੋਂ ਜਲੰਧਰ ਅਤੇ ਚੰਡੀਗੜ੍ਹ ਤੋਂ ਲੁਧਿਆਣਾ ਅਜਿਹੀਆਂ ਸੜਕਾਂ ਨੇ ਜਿਨ੍ਹਾਂ ਦੇ ਕਿਨਾਰੇ ਰੁੱਖ ਹੁਣ ਘੱਟ ਹੀ ਦਿਖਾਈ ਦਿੰਦੇ ਨੇ। ਜਦ ਕਿ ਸੜਕਾਂ ਚੌੜੀਆਂ ਹੋਣ ਤੋਂ ਪਹਿਲਾਂ ਇਹਨਾਂ ਸਾਰੀਆਂ ਸੜਕਾਂ ਦੇ ਦੋਵੇਂ ਪਾਸੇ ਜੰਗਲ ਹੁੰਦੇ ਸੀ ਤੇ ਜਦੋਂ ਇਹ ਸਾਰਾ ਵਰਤਾਰਾ ਵਰਤ ਰਿਹਾ ਸੀ ਤਾਂ ਬਹੁਤ ਸਾਰੇ ਸੁਹਿਰਦ ਪੰਜਾਬੀਆਂ ਨੇ, ਨੌਜਵਾਨਾਂ ਨੇ, ਵਾਤਾਵਰਣ ਪ੍ਰੇਮੀਆਂ ਨੇ ਬੜੇ ਵੱਡੇ ਲੇਖ ਵੀ ਲਿਖੇ ਸੀ। ਹੁੰਦਾ ਇਹ ਹੈ ਕਿ ਜੇ ਇੱਕ ਰੁੱਖ ਤੁਸੀਂ ਵੱਢਣਾ ਹੈ ਉਹਦੀ ਥਾਂ ਤੇ ਤੁਹਾਨੂੰ 5 ਰੁੱਖ ਲਾਉਣੇ ਪੈਣਗੇ ਕਿਉਂਕਿ ਪੰਜਾਂ ਦੇ ਵਿੱਚੋਂ ਸਾਰੇ 5 ਨਹੀਂ ਹੋਣਗੇ, 4 ਹੋ ਜਾਣਗੇ, 3, 2, 1 ਤਾਂ ਜ਼ਰੂਰ ਹੋਊਗਾ ਹੀ ਹੋਊਗਾ। ਪਰ ਅਜਿਹਾ ਸਰਕਾਰਾਂ ਦੇ ਵੱਲੋਂ ਨਹੀਂ ਕੀਤਾ ਗਿਆ ਤੇ ਅਜਿਹਾ ਕਿਉਂ ਨਹੀਂ ਹੋਇਆ, ਰੁੱਖਾਂ ਦੀ ਥਾਂ ਮੁੜ ਕੇ ਰੁੱਖ ਕਿਉਂ ਨਹੀਂ ਦਿਖੇ, ਇਹਦੀ ਹੁਣ ਸਾਰੀ ਜਾਣਕਾਰੀ, ਹੁਣ ਸਾਰਾ ਜਿਹੜਾ ਖੁਲਾਸਾ ਉਹ ਸਾਡੇ ਸਾਹਮਣੇ ਹੋ ਰਿਹਾ ਹੈ। ਇਹਨਾਂ ਰੁੱਖਾਂ ਦੀ ਕਟਾਈ ਹੋਣ ਦੀ ਸੂਰਤ ਵਿੱਚ ਭਰਪਾਈ ਵਜੋਂ ਕੇਂਦਰ ਸਰਕਾਰ ਨੇ ਕੈਂਪਾ ਯੋਜਨਾ ਤਹਿਤ ਸੂਬਿਆਂ ਨੂੰ ਨਵੇਂ ਜੰਗਲ ਸਥਾਪਿਤ ਕਰਨ, ਸੜਕਾਂ, ਨਹਿਰਾਂ ਤੇ ਨਾਲਿਆਂ ਦੇ ਦੋਵੇਂ ਪਾਸੇ ਪੌਦੇ ਲਾਉਣ ਲਈ ਗ੍ਰਾਂਟ ਦੇਣੀ ਵੀ ਸ਼ੁਰੂ ਕਰ ਦਿੱਤੀ ਸੀ। ਪੰਜਾਬ ਦੇ ਜੰਗਲਾਤ ਵਿਭਾਗ ਨੂੰ ਸ਼ੁਰੂਆਤੀ ਸਾਲਾਂ ਦੇ ਵਿੱਚ 20 ਤੋਂ 35 ਕਰੋੜ ਰੁਪਏ ਪ੍ਰਤੀ ਸਾਲ ਮਿਲਦੇ ਰਹੇ ਪਰ ਪਿਛਲੇ 4 ਸਾਲਾਂ ਤੋਂ 150 ਕਰੋੜ ਰੁਪਏ ਤੋਂ ਲੈ ਕੇ 200 ਕਰੋੜ ਰੁਪਏ ਤੱਕ ਦੀ ਗ੍ਰਾਂਟ ਹਾਸਲ ਹੋਈ ਹੈ। ਸੋਚ ਸਕਦੇ ਹੋ ਤੁਸੀਂ 200 ਕਰੋੜ ਰੁਪਏ ਇੱਕ ਸਾਲ ਦੇ ਵਿੱਚ। ਸੂਤਰਾਂ ਮੁਤਾਬਿਕ ਕੈਂਪਾ ਯੋਜਨਾ ਤਹਿਤ ਪੰਜਾਬ ਦੇ ਜੰਗਲਾਤ ਵਿਭਾਗ ਨੂੰ ਕੇਂਦਰ ਸਰਕਾਰ ਤੋਂ 1200 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਮਿਲੀ ਸੀ ਤੇ ਇਸ ਗ੍ਰਾਂਟ ਦੀ ਵਰਤੋਂ ਨਵੇਂ ਪੌਦੇ ਲਾਉਣ, ਪਸ਼ੂਆਂ ਤੋਂ ਬਚਾਉਣ ਲਈ ਟਰੀ ਗਾਰਡ ਲਾਉਣੇ, ਪੌਦੇ ਪਾਲਣ ਤੇ ਸਾਂਭ ਸੰਭਾਲ ਲਈ ਲੋੜੀਂਦੀ ਖਾਦ ਲਿਆਉਣੀ, ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ, ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ 1200 ਕਰੋੜ ਦੀ ਰਾਸ਼ੀ ਮਿਲੀ ਸੀ। ਪਰ ਹੁਣ ਤਫਤੀਸ਼ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਰਿਹਾ ਹੈ ਕਿ ਵੱਡੀ ਗ੍ਰਾਂਟ ਨੂੰ ਲਾਉਣ ਦੀ ਥਾਂ ਜਿੱਥੇ ਲਾਉਣਾ ਚਾਹੀਦਾ ਸੀ ਉੱਥੇ ਵਰਤਣ ਦੀ ਥਾਂ ਇਸ ਨੂੰ ਢਕਾਰ ਲਿਆ ਜਾਂਦਾ ਸੀ। ਥੱਲੇ ਤੋਂ ਲੈ ਕੇ ਉਤਲੇ ਪੱਧਰ ਦਾ ਅਧਿਕਾਰੀ, ਮੰਤਰੀ ਤੱਕ ਦੇ ਬੰਦੇ ਇਹਨਾਂ ਗ੍ਰਾਂਟਾਂ ਨੂੰ ਖਾਂਦੇ ਰਹੇ ਨੇ, ਛਕਦੇ ਰਹੇ ਨੇ। 4 ਦਰਜਾ ਤੋਂ ਲੈ ਕੇ ਸਿਖਰਲੇ ਅਧਿਕਾਰੀਆਂ ਤੱਕ ਹਿੱਸਾ ਪਾਏ ਜਾਣ ਦੇ ਤੱਥ ਸਾਹਮਣੇ ਆਉਣ ਲੱਗੇ ਨੇ ਤੇ ਇਹੀ ਕਾਰਨ ਹੋ ਸਕਦਾ ਹੈ ਕਿ ਤਲਬ ਕੀਤੇ ਜਾਣ ਦੇ ਬਾਵਜੂਦ, ਪੁੱਛ ਪੜਤਾਲ ਲਈ ਸੱਦੇ ਜਾਣ ਦੇ ਬਾਵਜੂਦ ਵਿਜੀਲੈਂਸ ਅਫਸਰਾਂ ਦੇ ਮੂਹਰੇ ਜੰਗਲਾਤ ਅਫਸਰ ਨਹੀਂ ਪਹੁੰਚ ਰਹੇ।
ਤੇ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਭ੍ਰਿਸ਼ਟਾਚਾਰ ਦੀ ਬਿਮਾਰੀ ਦੀਆਂ ਪਰਤਾਂ ਖੁੱਲ ਰਹੀਆਂ ਨੇ ਤਾਂ ਇਹਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਹੋਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਹਾਲੇ ਜੇਲ੍ਹ ਦੇ ਵਿੱਚ ਹੀ ਰਹਿਣਗੇ। ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਜੇਲ੍ਹ ਭੇਜ ਦਿੱਤਾ ਹੈ। ਵਿਜੀਲੈਂਸ ਨੇ ਧਰਮਸੋਤ ਸਮੇਤ ਉਸਦੇ OSD ਚਮਕੌਰ ਸਿੰਘ ਅਤੇ ਮੀਡੀਆ ਸਲਾਹਕਾਰ ਤੇ ਪੱਤਰਕਾਰ ਕਮਲਜੀਤ ਸਿੰਘ ਕਮਲ ਸਮੇਤ DFO ਗੁਰਅਮਨਪ੍ਰੀਤ ਸਿੰਘ ਬੈਂਸ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਤੇ ਹੋਰ ਪੁਲਿਸ ਰਿਮਾਂਡ ਦੀ ਮੰਗ ਕੀਤੀ। ਹਾਲਾਂਕਿ ਅਦਾਲਤ ਨੇ ਪੁਲਿਸ ਰਿਮਾਂਡ ਨਾ ਦੇ ਕੇ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। ਵਿਜੀਲੈਂਸ ਦੇ ਸੂਤਰਾਂ ਦੀ ਜਾਣਕਾਰੀ ਮੁਤਾਬਿਕ ਕਾਂਗਰਸ ਸਰਕਾਰ ਵੇਲੇ ਪੈਸੇ ਦੇ ਕੇ ਮਨਪਸੰਦ ਸਟੇਸ਼ਨਾਂ ਤੇ ਬਦਲੀਆਂ ਕਰਵਾਉਣ ਅਤੇ ਰਿਸ਼ਵਤਖੋਰੀ ਦੇ ਕਥਿਤ ਗੋਰਖਧਨ ਦੇ ਵਿੱਚ ਸ਼ਾਮਲ DFOs ਅਤੇ ਸੰਬੰਧਿਤ ਹੋਰ ਉੱਚ ਅਧਿਕਾਰੀਆਂ ਤੇ ਵੀ ਗਾਜ ਡਿੱਗ ਸਕਦੀ ਹੈ। ਜਾਂਚ ਟੀਮ ਨੇ 1.5 ਦਰਜਨ ਤੋਂ ਵੱਧ DFOs ਨੂੰ ਪੁੱਛਗਿੱਛ ਦੇ ਲਈ ਵਿਜੀਲੈਂਸ ਭਵਨ ਮੁਹਾਲੀ ਤਲਬ ਕੀਤਾ ਹੈ। ਸੀਨੀਅਰ ਅਫਸਰਾਂ ਦੇ ਵੱਲੋਂ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਧਰਮਸੋਤ ਅਤੇ ਉਸਦੇ ਦਲਾਲਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਨੀਂਦ ਕਿਧਰੇ ਉੱਡ-ਪੁੱਡ ਗਈ ਹੈ। ਇਹ ਵੀ ਪਤਾ ਲੱਗਿਆ ਕਿ ਕਈ ਅਧਿਕਾਰੀ ਤਾਂ ਰੂਪੋਸ਼ ਹੀ ਹੋ ਗਏ ਨੇ। ਸੋ ਭ੍ਰਿਸ਼ਟਾਚਾਰ ਦੇ ਇਸ ਵੱਡੇ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਨਿਤ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਤੇ ਸੱਚੀ ਮੁੱਚੀ ਵਿਸ਼ਵਾਸ ਉੱਠ ਜਾਂਦਾ ਹੈ ਅਜਿਹੇ ਲੀਡਰਾਂ ਤੋਂ ਜਿਨ੍ਹਾਂ ਨੂੰ ਵੋਟਾਂ ਦੇ ਕੇ ਤੁਸੀਂ ਭੇਜਦੇ ਹੋ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ, ਪਰ ਜਦੋਂ ਇਹ ਅਜਿਹੇ ਦਗੇ ਕਮਾਉਂਦੇ ਨੇ, ਆਪਣੇ ਹੀ ਢਿੱਡ ਭਰਦੇ ਨੇ ਤਾਂ ਲਾਂਤਾਂ ਪਾਉਣ ਤੋਂ ਗੁਰੇਜ਼ ਵੀ ਨਹੀਂ ਕਰਨਾ ਚਾਹੀਦਾ। ਬਿਊਰੋ ਰਿਪੋਰਟ, ਦ ਖਾਲਸ TV।